हाँ जी बच्चों, ਅੱਜ ਅਸੀਂ ਸਿਵਿਕਸ ਲੈਸਨ ਨੰਬਰ 11 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ ਬਾਰੇ ਪੜਾਂਗੇ। ਇਸ ਵਿੱਚ ਦੱਸਿਆ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਸ ਲੈਸਨ ਦੇ ਵਿੱਚ ਜਿਹੜਾ ਦੱਸਿਆ ਹੈ ਕਿ ਭਾਰਤੀ ਲੋਕਤੰਤਰ ਦੀ ਸਥਾਪਨਾ ਕਿੱਦਾਂ ਹੋਈ ਤੇ ਉਸ ਦਾ ਸਰੂਪ ਜੋ ਹੈ ਉਹ ਕਿੱਦਾਂ ਦਾ ਹੈ ਤੇ ਕਿੱਦਾਂ ਦਾ ਲੋਕਤੰਤਰ ਹੁੰਦਾ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਮਨੁੱਖ ਆਪਣੇ ਸੁਭਾਅ ਕਾਰਨ ਅਤੇ ਆਪਣੀਆਂ ਜ਼ਰੂਰਤਾਂ ਦੇ ਕਾਰਨ ਹੀ ਮਨੁੱਖ ਸਮਾਜ ਵਿੱਚ ਰਹਿਣਾ ਪਸੰਦ ਕਰਦਾ ਹੈ। ਸਮਾਜ ਵਿੱਚ ਰਹਿੰਦੇ ਹੋਏ ਮਨੁੱਖ ਨੂੰ ਕਈ ਨਿਯਮਾਂ ਪਾਲਣ ਕਰਨੇ ਪੈਂਦੇ ਹਨ, ਜਿਵੇਂ ਸਕੂਲ, ਦਫ਼ਤਰ, ਖੇਡ ਕਲੱਬ, ਸੱਭਿਆਚਾਰਕ ਕੇਂਦਰ, ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਥਾਵਾਂ 'ਤੇ ਵਿਚਰਦੇ ਹੋਏ ਮਨੁੱਖ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਸਮਾਜ ਦਾ ਭਾਵੇਂ ਕੋਈ ਵੀ ਸਮੁਦਾਇ ਹੋਵੇ, ਨਿਯਮ ਜ਼ਰੂਰੀ ਹੁੰਦੇ ਹਨ। ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਮਨੁੱਖ ਦਾ ਵਿਕਾਸ ਹੋ ਸਕਦਾ ਹੈ ਤੇ ਮਨੁੱਖ ਚੰਗੇ ਤਰੀਕੇ ਦੇ ਨਾਲ ਹੀ ਆਪਣਾ ਵਿਕਾਸ ਜੋ ਹੈ ਉਹ ਕਰ ਸਕਦਾ ਹੈ। ਮਨੁੱਖ ਦੀ ਜੋ ਮੁੱਢਲੀ ਇਕਾਈ ਹੁੰਦੀ ਹੈ ਉਹ ਪਰਿਵਾਰ ਹੁੰਦੀ ਹੈ ਤੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਇਹ ਨਿਯਮ ਤੈਅ ਕੀਤੇ ਜਾਂਦੇ ਹਨ। ਪਰਿਵਾਰ ਦਾ ਇੱਕ ਮੁਖੀ ਹੁੰਦਾ ਹੈ ਜੋ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਕੰਮ ਦੀ ਵੰਡ ਕਰਦਾ ਹੈ। ਪਰਿਵਾਰ ਦੇ ਮੈਂਬਰਾਂ ਨੂੰ ਮੁਖੀ ਦਾ ਕਹਿਣਾ ਮੰਨਣਾ ਪੈਂਦਾ ਹੈ। ਜੇਕਰ ਪਰਿਵਾਰ ਦੇ ਮੈਂਬਰ ਆਪ ਹੁਦਰੇ ਢੰਗ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਹਨ ਤਾਂ ਪਰਿਵਾਰ ਖੇਰੂ ਖੇਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਸਕੂਲ ਦੀ ਉਦਾਹਰਣ ਹੈ। ਸਕੂਲ ਦੀ ਉਦਾਹਰਣ ਲੈ ਲੈਂਦੇ ਹਾਂ। ਸਕੂਲ ਦਾ ਦਾਇਰਾ ਪਰਿਵਾਰ ਤੋਂ ਵੱਡਾ ਹੁੰਦਾ ਹੈ। ਸਕੂਲ ਨੂੰ ਚਲਾਉਣ ਦੇ ਲਈ ਇੱਕ ਟਾਈਮ ਟੇਬਲ ਤਿਆਰ ਕੀਤਾ ਜਾਂਦਾ ਹੈ। ਸਕੂਲ ਦੇ ਲੱਗਣ ਦਾ ਸਮਾਂ, ਅੱਧੀ ਛੁੱਟੀ ਦਾ ਸਮਾਂ, ਸਕੂਲ ਦੇ ਬੰਦ ਹੋਣ ਦਾ ਸਮਾਂ ਤੈਅ ਕੀਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਕਹਿਣ ਦਾ ਮਤਲਬ ਇਹ ਹੈ ਕਿ ਹਰ ਇੱਕ ਜੋ ਹੈ, ਹਰ ਇੱਕ ਕੰਮ ਜਾਂ ਹਰ ਇੱਕ ਕਿਰਿਆ ਜੋ ਹੈਗੀ ਹੈ ਉਹ ਇੱਕ ਕਿਸੇ ਨਾ ਕਿਸੇ ਨਿਯਮ ਦੇ ਵਿੱਚ ਬੱਧੀ ਹੋਈ ਹੁੰਦੀ ਹੈ, ਜੋ ਕਿ ਜਿਸ ਕਾਰਨ ਹੀ ਅਸੀਂ ਆਪਣਾ ਜਿਹੜਾ ਵਿਕਾਸ ਹੈ ਉਹ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਤੁਹਾਨੂੰ ਮੈਂ ਹੁਣ ਸੰਵਿਧਾਨ ਦੀ ਸਾਰਿਆਂ ਨਾਲੋਂ ਪਹਿਲਾਂ ਇਸ ਪਰਿਭਾਸ਼ਾ ਦੱਸਾਂਗੀ। ਇਸ ਦੀ ਵੁਲਜੇ ਦੇ ਅਨੁਸਾਰ ਸੰਵਿਧਾਨ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਦੇ ਅਨੁਸਾਰ ਸਰਕਾਰ ਦੀ ਸ਼ਕਤੀ, ਪ੍ਰਜਾ ਤੇ ਅਧਿਕਾਰਾਂ ਅਤੇ ਉਹਨਾਂ ਦੋਨਾਂ ਦੇ ਆਪਸੀ ਸੰਬੰਧਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ। ਕੂਲੇ ਦੀ ਡੈਫੀਨੇਸ਼ਨਸ ਜੋ ਹੈ, ਕੂਲੇ ਦੇ ਅਨੁਸਾਰ ਸੰਵਿਧਾਨ ਨਿਯਮਾਂ ਅਤੇ ਪਰੰਪਰਾਵਾਂ ਦਾ ਸਮੂਹ ਹੁੰਦਾ ਹੈ ਜਿਸ ਦੇ ਅਨੁਸਾਰ ਪ੍ਰਭੂ ਸੱਤਾ ਦੀਆਂ ਸ਼ਕਤੀਆਂ ਦਾ ਸੁਭਾਵਿਕ ਰੂਪ ਦੇ ਵਿੱਚ ਵਰਤੋਂ ਕੀਤਾ ਜਾਂਦਾ ਹੈ। ਅਰਥਾਤ ਸੰਵਿਧਾਨ ਉਹ ਹੈ ਜਿਸ ਦੇ ਅਨੁਸਾਰ ਦੇਸ਼ ਦਾ ਸ਼ਾਸਨ ਚਲਾਇਆ ਜਾਂਦਾ ਹੈ। ਭਾਰਤੀ ਸੰਵਿਧਾਨ ਦਾ ਨਿਰਮਾਣ ਕਦੋਂ ਹੋਇਆ? ਸਾਡਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ, ਪਰ ਭਾਰਤ ਦੇ ਲਈ ਸੰਵਿਧਾਨ ਦੇ ਨਿਰਮਾਣ ਕਰਨ ਦੀ ਪ੍ਰਕਿਰਿਆ ਆਜ਼ਾਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਭਾਰਤੀ ਨੇਤਾਵਾਂ ਨੇ ਭਾਰਤੀ ਸੰਵਿਧਾਨ ਦੇ ਲਈ ਸੰਸਦੀ ਲੋਕਤੰਤਰ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ, ਜੋ ਕਿ ਸਾਡੇ ਸੰਵਿਧਾਨ ਦਾ ਮੁੱਖ ਵਿਸ਼ੇਸ਼ਤਾ ਰਹੀ ਹੈ। ਭਾਰਤ ਦੇ ਸੰਵਿਧਾਨ ਦਾ ਨਿਰਮਾਣ ਇੱਕ ਸੰਵਿਧਾਨ ਸਭਾ ਦੁਆਰਾ ਤੈਅ ਕੀਤਾ ਗਿਆ, ਜਿਸ ਦੀ ਚੋਣ ਅਪ੍ਰਤੱਖ ਢੰਗ ਦੇ ਨਾਲ ਕੀਤੀ ਗਈ। ਇਸ ਸੰਵਿਧਾਨ ਦਾ ਨਿਰਮਾਣ ਕਰਨ ਦੇ ਲਈ 2 ਸਾਲ 11 ਮਹੀਨੇ ਤੇ 18 ਦਿਨ ਦਾ ਸਮਾਂ ਲੱਗਿਆ। ਭਾਰਤੀ ਸੰਵਿਧਾਨ ਬਣਾਉਣ ਦੇ ਵਿੱਚ ਸੰਵਿਧਾਨ ਸਭਾ ਦੀ ਮੰਗ ਪਹਿਲੀ ਵਾਰ ਕਾਂਗਰਸ ਦੁਆਰਾ 1935 ਦੇ ਵਿੱਚ ਕੀਤੀ ਗਈ ਸੀ। ਅੰਗਰੇਜ਼ ਸਰਕਾਰ ਨੇ 1940 ਦੇ ਵਿੱਚ ਮੰਗ ਨੂੰ ਸਿਧਾਂਤਕ ਤੌਰ 'ਤੇ ਸਵੀਕਾਰ ਕਰ ਲਿਆ। ਸੰਵਿਧਾਨ ਸਭਾ ਦੀ ਚੋਣ 19 ਨਵੰਬਰ 1946 ਦੇ ਵਿੱਚ ਅਪ੍ਰਤੱਖ ਚੋਣ ਢੰਗ ਨਾਲ ਪ੍ਰਾਂਤਕ ਵਿਧਾਨ ਪਾਲਿਕਾ ਦੇ ਮੈਂਬਰਾਂ ਦੁਆਰਾ ਕੀਤੀ ਗਈ ਸੀ। ਸੰਵਿਧਾਨ ਸਭਾ ਦੇ ਕੁੱਲ 389 ਮੈਂਬਰ ਸਨ। 292 ਮੈਂਬਰ ਪ੍ਰਾਂਤਾਂ ਦੇ ਵਿੱਚੋਂ ਵਿਧਾਨ ਪਾਲਿਕਾਵਾਂ ਦੁਆਰਾ ਚੁਣੇ ਗਏ ਸਨ। 93 ਦੇਸੀ ਰਿਆਸਤਾਂ ਦੇ ਵੱਲੋਂ ਨਾਮਜ਼ਦ ਕੀਤੇ ਗਏ ਸਨ। 4 ਮੈਂਬਰ ਚੀਫ ਕਮਿਸ਼ਨਰ ਦੇ ਵੱਲੋਂ ਲਏ ਗਏ ਸਨ। ਤਾਂ ਇਹ ਸੀਟਾਂ ਵੰਡ ਤੇ 3 ਵਰਗਾਂ ਮੁਸਲਿਮ, ਸਿੱਖ ਅਤੇ ਜਰਨਲ ਦੇ ਵਿੱਚ ਕੀਤੀ ਗਈ ਸੀ। ਇਹਨਾਂ ਸੀਟਾਂ ਦੀ ਵੰਡ ਆਬਾਦੀ ਦੇ ਆਧਾਰ 'ਤੇ ਕੀਤੀ ਗਈ ਸੀ। ਸੋ ਮੈਂ ਤੁਹਾਨੂੰ ਸੰਵਿਧਾਨ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਸਾਡਾ ਸੰਵਿਧਾਨ ਸੀਗਾ, ਉਸ ਨੂੰ ਬਣਨ ਦੇ ਲਈ 2 ਸਾਲ 11 ਮਹੀਨੇ ਅਤੇ 18 ਦਿਨ ਸੀਗੇ ਇਹਦੇ ਵਿੱਚ ਲੱਗੇ। ਤੇ 3 ਜੂਨ 1947 ਨੂੰ ਲਾਰਡ ਮਾਊਂਟਬੇਟਨ ਪਲਾਨ ਅਨੁਸਾਰ ਭਾਰਤ ਦੀ ਵੰਡ ਘੋਸ਼ਣਾ ਹੋ ਗਈ। ਭਾਰਤ ਦੇ ਵਿੱਚੋਂ ਇੱਕ ਨਵਾਂ ਦੇਸ਼ ਪਾਕਿਸਤਾਨ ਬਣਾਇਆ ਗਿਆ ਸੀ ਤੇ ਉਸ ਦੇ ਲਈ ਵੱਖਰੇ ਸੰਵਿਧਾਨ ਦੀ ਘੋਸ਼ਣਾ ਕੀਤੀ ਗਈ ਸੀ। ਸਿੱਟੇ ਵਜੋਂ ਪਾਕਿਸਤਾਨ ਵਿੱਚ ਸ਼ਾਮਲ ਕੀਤੇ ਗਏ। ਤਾਂ ਇਸ ਤਰ੍ਹਾਂ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੇ ਮੈਂਬਰਾਂ ਨੇ ਸੰਵਿਧਾਨ ਉੱਤੇ ਦਸਤਖਤ ਕਰ ਦਿੱਤੇ। ਸੰਵਿਧਾਨ ਸਭਾ ਵੱਲੋਂ ਇਸ ਨੂੰ ਪ੍ਰਵਾਨ ਕਰ ਲਿਆ ਗਿਆ। ਪਰ ਸਾਡਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। 26 ਜਨਵਰੀ ਦੀ ਇਤਿਹਾਸਿਕ ਮਿਤੀ ਇਸ ਦੇ ਲਈ ਕੀਤੀ ਗਈ ਕਿਉਂਕਿ ਅਸੀਂ 1930 ਤੋਂ 26 ਜਨਵਰੀ ਨੂੰ ਆਜ਼ਾਦੀ ਦਿਵਸ ਵਜੋਂ ਮਨਾਉਂਦੇ ਆ ਰਹੇ ਸਨ। ਸੁਤੰਤਰਤਾ ਦਾ ਮੁੱਲ। ਸੁਤੰਤਰਤਾ, ਸਮਾਨਤਾ ਅਤੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਦੁਨੀਆ ਦੇ ਬਹੁਤੇ ਦੇਸ਼ਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ। ਦੱਖਣੀ ਅਫਰੀਕਾ ਦੇ ਵਿੱਚ ਰੰਗ ਭੇਦ ਦੀ ਨੀਤੀ ਨੂੰ ਖਤਮ ਕਰਨ ਦੇ ਲਈ ਅਤੇ ਸਮਾਨਤਾ ਦੀ ਸਥਾਪਨਾ ਦੇ ਲਈ ਉਹਨਾਂ ਦੇ ਨੇਤਾ ਨੈਲਸਨ ਮੰਡੇਲਾ ਨੇ ਤੇ ਉਹਨਾਂ ਦੇ ਸਾਥੀਆਂ ਨੂੰ 28 ਸਾਲ ਜੇਲ੍ਹ ਦੇ ਵਿੱਚ ਗੁਜ਼ਾਰਨੇ ਪਏ।
ਤਾਂ ਇਸ ਤਰ੍ਹਾਂ ਸੰਵਿਧਾਨ ਬਣਾਉਣ ਦੇ ਵਿੱਚ ਡਾਕਟਰ BR ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਡਾਕਟਰ ਰਾਜਿੰਦਰ ਪ੍ਰਸਾਦ, ਮੌਲਾਨਾ ਅਬਦੁਲ ਕਲਾਮ ਆਜ਼ਾਦ, ਆਚਾਰੀਆ JB ਕ੍ਰਿਪਲਾਨੀ ਅਤੇ TT ਕ੍ਰਿਸ਼ਮਾਚਾਰੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਡਾਕਟਰ BR ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਹਾ ਜਾਂਦਾ ਹੈ। ਸੰਵਿਧਾਨ ਦੀ ਪ੍ਰਸਤਾਵਨਾ। ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਪ੍ਰਜਾਤੰਤਰਿਕ ਗਣਰਾਜ ਬਣਾਉਣ ਦੇ ਲਈ ਇਸ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ ਪ੍ਰਗਟਾਉਣ, ਵਿਸ਼ਵਾਸ ਅਤੇ ਧਰਮ ਦੀ ਉਪਾਸਨਾ ਦੀ ਸੁਤੰਤਰਤਾ, ਪ੍ਰਤਿਸ਼ਠਾ ਅਤੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਾਉਣ ਦੇ ਲਈ ਉਹਨਾਂ ਸਭਨਾਂ ਵਿਅਕਤੀਆਂ ਦੇ ਵਿੱਚ ਗੌਰਵਤਾ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਸੁਰੱਖਿਅਤ ਕਰਨ ਦੇ ਲਈ, ਭਰਾਤਰੀ ਭਾਵ ਵਧਾਉਣ ਦੇ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਦੇ ਵਿੱਚ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਅੰਗੀਕਾਰ, ਅਧਿਨਿਯਮ ਅਤੇ ਆਤਮ ਸਮਰਪਣ ਕਰਦੇ ਹਾਂ। ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸੰਵਿਧਾਨ ਦੇ ਉਦੇਸ਼ਾਂ ਦਾ ਪਤਾ ਚੱਲ ਜਾਂਦਾ ਹੈ ਕਿ ਇਸ ਦੇ ਅਨੁਸਾਰ ਸਾਡਾ ਜੋ ਭਾਰਤੀ ਸੰਵਿਧਾਨ ਹੈ, ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਜਿਹੜੇ ਮੇਨ ਮੁੱਢਲੇ ਸ਼ਬਦ ਨੇ ਉਹ ਕੀ ਕਹੇ ਗਏ ਹਨ ਕਿ ਭਾਰਤ ਇੱਕ ਲੋਕਤੰਤਰੀ, ਗਣਰਾਜ, ਧਰਮ ਨਿਰਪੱਖ, ਸਮਾਜਵਾਦੀ ਅਤੇ ਪ੍ਰਭੂਸੱਤਾ ਸੰਪੰਨ ਰਾਜ ਹੈ। ਇਸ ਦਾ ਅਰਥ ਕੀ ਹੁੰਦਾ ਹੈ? ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਅਰਥ ਹੁੰਦਾ ਹੈ ਗਣਰਾਜ। ਗਣਰਾਜ ਦਾ ਅਰਥ ਹੁੰਦਾ ਹੈ ਕਿ ਭਾਰਤ ਦਾ ਜੋ ਮੇਨ ਨੇਤਾ ਹੈ, ਜੋ ਮੁੱਖ ਨੇਤਾ ਹੈ, ਉਹ ਕੋਈ ਬਾਦਸ਼ਾਹ ਨਹੀਂ ਹੋਵੇਗਾ, ਬਲਕਿ ਲੋਕਾਂ ਦੁਆਰਾ ਅਪ੍ਰਤੱਖ ਰੂਪ ਦੇ ਵਿੱਚ ਚੁਣਿਆ ਗਿਆ ਇੱਕ ਪ੍ਰਤੀਨਿਧੀ ਹੋਵੇਗਾ। ਲੋਕਤੰਤਰੀ ਅਰਥਾਤ ਭਾਰਤ ਦੀ ਜੋ ਸਰਕਾਰ ਹੈ ਉਹ ਲੋਕਾਂ ਦੁਆਰਾ ਚੁਣੀ ਹੋਈ ਹੋਵੇਗੀ। ਪ੍ਰਭੂਸੱਤਾ ਸੰਪੰਨ, ਰਾਜ ਦਾ ਸ਼ਾਸਨ ਕਰਨ ਵਾਸਤੇ ਸਾਡੇ ਦੁਆਰਾ ਚੁਣੇ ਗਏ ਜੋ ਪ੍ਰਤੀਨਿਧੀ ਹਨ ਉਹਨਾਂ ਕੋਲ ਪ੍ਰਭੂਸੱਤਾ ਹੋਵੇਗੀ। ਸਮਾਜਵਾਦੀ, ਧਰਮ ਨਿਰਪੱਖ ਦਾ ਅਰਥ ਹੈ ਕਿ ਸਾਡੇ ਸੰਵਿਧਾਨ ਦੇ ਵਿੱਚ ਕਿਸੇ ਵੀ ਧਰਮ ਨੂੰ ਕੋਈ ਵੀ ਵਿਸ਼ੇਸ਼ ਦਰਜਾ ਨਹੀਂ ਦਿੱਤਾ ਜਾਵੇਗਾ। ਸੰਵਿਧਾਨ ਦੇ ਨਜ਼ਰਾਂ ਦੇ ਵਿੱਚ ਸਾਰੇ ਧਰਮ ਜੋ ਹਨ ਉਹ ਬਰਾਬਰ ਹੋਣਗੇ। ਤਾਂ ਇਸ ਤਰ੍ਹਾਂ ਅੱਗੇ ਨਿਆਂ ਬਾਰੇ ਦੱਸਿਆ ਹੋਇਆ। ਜੋ ਨਿਆਂ ਹੈ ਉਹ 3 ਤਰ੍ਹਾਂ ਦਾ ਹੁੰਦਾ ਹੈ: ਸਮਾਜਿਕ, ਆਰਥਿਕ ਔਰ ਰਾਜਨੀਤਿਕ। ਔਰ ਸੁਤੰਤਰਤਾ ਸਾਨੂੰ ਮਿਲੀ ਹੋਈ ਹੈ ਵਿਚਾਰ ਪ੍ਰਗਟਾਉਣ ਦੀ। ਅਸੀਂ ਆਪਣੀ ਮਰਜ਼ੀ ਦੇ ਨਾਲ ਵਿਚਾਰ ਪ੍ਰਗਟਾ ਸਕਦੇ ਹਾਂ। ਸੋਚਣ ਦੀ ਸੁਤੰਤਰਤਾ, ਕੁਝ ਵੀ ਸੋਚ ਸਕਦੇ ਹਾਂ। ਵਿਸ਼ਵਾਸ ਅਤੇ ਉਪਾਸਨਾ ਸੁਤੰਤਰਤਾ, ਸਾਨੂੰ ਇੱਦਾਂ ਦੀ ਸੁਤੰਤਰਤਾ ਜੋ ਪ੍ਰਾਪਤ ਹੈ। ਅਤੇ ਨਿਆਂ, ਸਮਾਜਿਕ ਆਰਥਿਕ ਨਿਆਂ, ਸਾਡੇ ਨਾਲ ਕਿਸੇ ਵੀ ਕਿਸਮ ਦਾ ਕੋਈ ਵੀ ਜੋ ਸ਼ੋਸ਼ਣ ਹੁੰਦਾ ਜਾਂ ਅੱਤਿਆਚਾਰ ਹੁੰਦਾ ਤਾਂ ਅਸੀਂ ਉਸ ਦੇ ਖਿਲਾਫ ਹੈ ਜੋ ਕਾਨੂੰਨ ਦੀ ਜੋ ਮਦਦ ਹੈ ਉਹ ਅਸੀਂ ਲੈ ਸਕਦੇ ਹਾਂ। ਅਤੇ ਸਾਨੂੰ ਸੰਵਿਧਾਨ ਦੇ ਵਿੱਚ ਸਮਾਨਤਾ ਦਾ ਮੌਕਾ ਮਿਲਿਆ ਹੋਇਆ ਹੈ। ਪਦਵੀ ਅਤੇ ਮੌਕੇ ਦੀ ਸਮਾਨਤਾ ਸਾਨੂੰ ਪ੍ਰਾਪਤ ਹੈ। ਅਸੀਂ ਕੋਈ ਵੀ ਜੋ ਪੋਸਟ ਹੈ ਜਾਂ ਕੋਈ ਵੀ ਪਦਵੀ ਹੈ ਜਿਹੜੀ ਉਹ ਅਸੀਂ ਬਿਨਾਂ ਕਿਸੇ ਭੇਦਭਾਵ ਤੇ ਅਸੀਂ ਪ੍ਰਾਪਤ ਕਰ ਸਕਦੇ ਹਾਂ। ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਸਾਡਾ ਸੰਵਿਧਾਨ ਲਿਖਤੀ ਸੰਵਿਧਾਨ ਹੈ। ਸਾਡਾ ਸੰਵਿਧਾਨ ਜੋ ਹੈ ਕਦੋਂ ਲਾਗੂ ਹੋਇਆ ਸੀ? ਉਹ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਅਤੇ ਇਹ ਇੱਕ ਲਿਖਤੀ ਸੰਵਿਧਾਨ ਹੈ। ਸੈਕਿੰਡ ਪੁਆਇੰਟ ਹੈਗਾ ਦੁਨੀਆ ਭਰ ਦੇ ਵਿੱਚ ਲੰਮਾ ਅਤੇ ਵਿਸਤ੍ਰਿਤ ਸੰਵਿਧਾਨ। ਸਾਡੇ ਸੰਵਿਧਾਨ ਦੇ ਵਿੱਚ 395 ਅਨੁਛੇਦ ਅਤੇ 8 ਅਨੁਸੂਚੀਆਂ ਹਨ ਅਤੇ ਹੁਣ ਇਸ ਸੰਵਿਧਾਨ ਦੇ ਵਿੱਚ 12 ਅਨੁਸੂਚੀਆਂ ਹਨ ਅਤੇ ਬਹੁਤ ਸਾਰੇ ਨਵੇਂ ਅਨੁਛੇਦ ਪਹਿਲੇ ਅਨੁਛੇਦਾਂ ਦੇ ਅਧੀਨ ਹੀ ਜੋੜੇ ਗਏ ਹਨ। ਸੰਵਿਧਾਨ ਦੀ ਪ੍ਰਸਤਾਵਨਾ ਸੰਵਿਧਾਨ ਦੇ ਵਿੱਚ ਮੁੱਖ ਮਹੱਤਵਪੂਰਨ ਸਥਾਨ ਰੱਖਦੀ ਹੈ। ਪ੍ਰਸਤਾਵਨਾ ਤੋਂ ਸਾਨੂੰ ਸੰਵਿਧਾਨ ਦੇ ਸਰੂਪ ਦਾ ਪਤਾ ਲੱਗਦਾ ਹੈ। ਕਈ ਸਰੋਤਾਂ ਤੋਂ ਲਿਆ ਗਿਆ ਸੰਵਿਧਾਨ। ਸਾਡਾ ਸੰਵਿਧਾਨ ਜੋ ਹੈ ਉਹ ਕਈ ਸਰੋਤਾਂ ਤੋਂ ਲਿਆ ਗਿਆ ਹੈ। ਕਈ ਦੇਸ਼ਾਂ ਦੀ ਪਹਿਲਾਂ ਜਾਣਕਾਰੀ ਪ੍ਰਾਪਤ ਕੀਤੀ ਗਈ ਸੰਵਿਧਾਨ ਦੁਆਰਾ। ਉਹਨਾਂ ਦਾ ਅਧਿਐਨ ਕੀਤਾ ਗਿਆ। ਅਧਿਐਨ ਕਰਨ ਤੋਂ ਬਾਅਦ ਹੀ ਸਾਡੇ ਸੰਵਿਧਾਨ ਸੀਗਾ ਜੋ ਉਹ ਉਸ ਤੋਂ ਬਾਅਦ ਹੈ ਉਹ ਤਿਆਰ ਕੀਤਾ ਗਿਆ। ਕਠੋਰ ਅਤੇ ਲਚਕੀਲਾ ਸੰਵਿਧਾਨ। ਸਾਡਾ ਸੰਵਿਧਾਨ ਜੋ ਹੈ ਉਹ ਕਠੋਰ ਹੈ ਔਰ ਲਚਕੀਲਾ ਹੈ। ਲਚਕੀਲੇ ਦਾ ਅਰਥ ਹੁੰਦਾ ਹੈ ਕਿ ਜਦ ਵੀ ਚੇਂਜ ਕਰਨੀ ਚਾਹਵੇ ਤਾਂ ਸੰਵਿਧਾਨ ਦੇ ਵਿੱਚ ਚੇਂਜ ਹੈ ਉਹ ਕੀਤੀ ਜਾ ਸਕਦੀ ਹੈ। ਤਾਂ ਇਸ ਤਰ੍ਹਾਂ ਸਾਡਾ ਸੰਵਿਧਾਨ ਕਠੋਰ ਅਤੇ ਲਚਕੀਲਾ ਹੈ। ਭਾਰਤ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਦੇਸ਼ ਹੈ। ਸੰਪੂਰਨ ਪ੍ਰਭੂਸੱਤਾ ਤੋਂ ਭਾਵ ਹੁੰਦਾ ਹੈ ਭਾਰਤ ਆਪਣੇ ਅੰਦਰੂਨੀ ਅਤੇ ਬਾਹਰੀ ਮਸਲਿਆਂ ਦੇ ਵਿੱਚ ਪੂਰੀ ਤਰ੍ਹਾਂ ਸੁਤੰਤਰ ਹੈ। ਭਾਰਤ ਆਪਣੇ ਘਰੇਲੂ ਅਤੇ ਵਿਦੇਸ਼ੀ ਨੀਤੀ ਦਾ ਨਿਰਮਾਣ ਕਰਨ ਦੇ ਲਈ ਕਿਸੇ ਵੀ ਬਾਹਰੀ ਦੇਸ਼ ਦੇ ਦਬਾਅ ਹੇਠ ਨਹੀਂ ਹੈ। ਲੋਕਤੰਤਰੀ ਦੇਸ਼। ਸਾਡਾ ਦੇਸ਼ ਲੋਕਤੰਤਰੀ ਹੈ ਅਰਥਾਤ ਜੋ ਸਾਡੀ ਸਰਕਾਰ ਹੈ ਉਹ ਲੋਕਾਂ ਦੇ ਪ੍ਰਤੀ ਉੱਤਰਦਾਈ ਹੁੰਦੀ ਹੈ। ਜੋ ਸਾਡੀ ਸਰਕਾਰ ਹੁੰਦੀ ਹੈ ਉਹ ਲੋਕਾਂ ਦੁਆਰਾ ਹੀ ਚੁਣੀ ਹੋਈ ਹੁੰਦੀ ਹੈ। ਅਤੇ ਦੇਸ਼ ਦੇ ਪਛੜੇ ਗਰੀਬ ਵਰਗ ਦੇ ਲੋਕਾਂ ਦੇ ਲਈ ਵਿਸ਼ੇਸ਼ ਵਿਵਸਥਾਵਾਂ ਨੇ ਜੋ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਵਿਚਾਰ ਪ੍ਰਗਟਾਉਣ, ਸੰਘ ਬਣਾਉਣ ਅਤੇ ਆਪਣੇ ਨੇਤਾਵਾਂ ਦੀ ਚੋਣ ਕਰਨ, ਇਕੱਠੇ ਹੋਣ, ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ,
ਦੇ ਸਾਨੂੰ ਜੋ ਪੂਰੇ ਅਧਿਕਾਰ ਨੇ ਜਿਹੜੇ ਉਹ ਦਿੱਤੇ ਗਏ ਹਨ। ਗਣਤੰਤਰ, ਸਾਡਾ ਸੰਵਿਧਾਨ ਇੱਕ ਗਣਤੰਤਰ ਦੇਸ਼ ਹੈ। ਭਾਰਤ ਦਾ ਮੁਖੀਆ ਰਾਸ਼ਟਰਪਤੀ ਹੋਵੇਗਾ। ਸਿੱਧੇ ਜਾਂ ਅਸਿੱਧੇ ਤੌਰ 'ਤੇ ਚੁਣਿਆ ਗਿਆ ਇੱਕ ਪ੍ਰਤੀਨਿਧੀ ਹੋਵੇਗਾ, ਬਲਕਿ ਇੱਕ ਬਾਦਸ਼ਾਹ ਦੀ ਤਰ੍ਹਾਂ ਨਹੀਂ ਹੋਵੇਗਾ। ਧਰਮ ਨਿਰਪੱਖ, ਸਾਡਾ ਸੰਵਿਧਾਨ ਧਰਮ ਨਿਰਪੱਖ ਹੈ। ਧਰਮ ਨਿਰਪੱਖ ਦਾ ਅਰਥ ਹੁੰਦਾ ਹੈ ਕਿ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਾਰੇ ਧਰਮ ਬਰਾਬਰ ਹਨ। ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਧਰਮ ਨੂੰ ਭਾਰਤ ਦੇ ਵਿੱਚ ਰਾਜ ਧਰਮ ਦਾ ਕਰਾਰ ਹੈ ਜਿਹੜਾ ਉਹ ਨਹੀਂ ਦਿੱਤਾ ਜਾਵੇਗਾ। ਸੰਘਾਤਮਕ ਅਤੇ ਇਕਾਤਮਕਤਾ ਦਾ ਸੁਮੇਲ, ਸਾਡਾ ਸੰਵਿਧਾਨ ਜੋ ਹੈ ਸੰਘਾਤਮਕ ਅਤੇ ਇਕਾਤਮਕਤਾ ਦਾ ਸੁਮੇਲ ਮੰਨਿਆ ਜਾਂਦਾ ਹੈ। ਇੱਕ ਪਾਸੇ ਕੇਂਦਰ ਸਰਕਾਰ ਹੈ ਅਤੇ ਦੂਜੇ ਪਾਸੇ ਰਾਜ ਸਰਕਾਰਾਂ ਹਨ ਅਤੇ ਇਹਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ। ਇਸ ਕਰਕੇ ਅਸੀਂ ਸੰਘਾਤਮਕ ਅਤੇ ਇਕਾਤਮਕ ਦਾ ਸੁਮੇਲ ਆਖਦੇ ਹਾਂ। ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ। ਇਕਹਿਰੀ ਨਾਗਰਿਕਤਾ, ਸਾਡੇ ਦੇਸ਼ ਵਿੱਚ ਇਕਹਿਰੀ ਨਾਗਰਿਕਤਾ ਦਾ ਪ੍ਰਚਲਨ ਹੈ। ਦੋਨਾਂ ਸਰਕਾਰਾਂ ਦੇ ਲਈ ਇਕਹਿਰਾ ਸੰਵਿਧਾਨ ਹੈ। ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ, ਇਕਹਿਰੀ ਨਿਆਂਪਾਲਿਕਾ ਹੈ। ਸਰਵ ਭਾਰਤੀ ਸੇਵਾਵਾਂ ਹਨ। ਲਚਕੀਲਾ ਸੰਵਿਧਾਨ ਹੈ, ਜਿਸ ਤਰ੍ਹਾਂ ਇਹ ਅਸੀਂ ਉੱਪਰ ਕਰ ਚੁੱਕੇ ਹਾਂ। ਇਕਹਿਰੀ ਨਿਆਂਪਾਲਿਕਾ, ਭਾਰਤ ਦੇ ਸੰਵਿਧਾਨ ਵਿੱਚ ਕੇਂਦਰ ਅਤੇ ਰਾਜਾਂ ਦੇ ਵਿੱਚ ਸਰਵ ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਹੈ। ਅਦਾਲਤਾਂ ਦੀ ਸਥਾਪਨਾ ਕੀਤੀ ਗਈ ਹੈ। ਭਾਵੇਂ ਰਾਜਾਂ ਦੀਆਂ ਵੱਖਰੀਆਂ ਵੱਖਰੀਆਂ ਉੱਚ ਅਦਾਲਤਾਂ ਹਨ, ਪਰ ਇਹਨਾਂ ਦੇ ਅਧਿਕਾਰ ਖੇਤਰ, ਬਣਤਰ, ਜੱਜਾਂ ਦੀਆਂ ਨਿਯੁਕਤੀਆਂ, ਹਾਈ ਕੋਰਟ ਦੇ ਫੈਸਲਿਆਂ ਦੇ ਵਿਰੁੱਧ ਸਰਵਉੱਚ ਅਦਾਲਤ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਸਰਵ ਵਿਆਪਕ ਬਾਲਗ ਮਤ ਅਧਿਕਾਰ ਕੀ ਹੁੰਦਾ ਹੈ? ਸਰਵ ਵਿਆਪਕ ਬਾਲਗ ਮਤ ਅਧਿਕਾਰ ਦਾ ਅਰਥ ਹੁੰਦਾ ਹੈ ਕਿ ਜਿਸ ਵਿਅਕਤੀ ਦੀ ਉਮਰ 18 ਸਾਲ ਹੈ ਤਾਂ ਉਸ ਨੂੰ ਬਿਨਾਂ ਕਿਸੇ ਭੇਦਭਾਵ, ਜਾਤੀ, ਧਰਮ, ਨਸਲ ਤੇ ਵਿਤਕਰੇ, ਲਿੰਗ ਦੇ ਵਿਤਕਰੇ ਤੋਂ ਬਿਨਾਂ ਹੀ ਉਹ ਆਪਣੀ ਮਰਜ਼ੀ ਦੇ ਨਾਲ ਹੈ ਜੋ ਆਪਣੇ ਇਲੈਕਸ਼ਨ ਦੇ ਵਿੱਚ ਉਹ ਹਿੱਸਾ ਲੈ ਸਕਦਾ ਹੈ। ਅਰਥਾਤ ਜਿਸ ਵਿਅਕਤੀ ਦੀ ਉਮਰ 18 ਸਾਲ ਹੈ ਜਾਂ ਉਸ ਤੋਂ ਜ਼ਿਆਦਾ ਹੈ, ਉਸ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਤਾਂ ਇਸ ਤਰ੍ਹਾਂ ਬੱਚਿਓ ਇਹ ਸਾਡੇ ਚੈਪਟਰ ਸੀਗਾ, ਇਹ ਸੰਵਿਧਾਨ ਬਾਰੇ ਦੱਸਿਆ ਹੋਇਆ ਸੀ। ਤੁਸੀਂ ਨੇ ਇਹ ਚੈਪਟਰ ਹੈ ਜੋ ਧਿਆਨ ਨਾਲ ਸਮਝਣਾ ਹੈ ਅਤੇ ਇਹ ਕੁਐਸਚਨ ਆਨਸਰ ਜੋ ਹੈਗੇ ਆ ਉਹ ਕਰਨ ਦੀ ਕੋਸ਼ਿਸ਼ ਕਰਨੀ ਹੈ।